ਫਤਿਹ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਆਵਹੁ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੁ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਵਾਹਿਗੁਰੂ ਜੀ। ਤਿਲੰਗ ਮਹੱਲਾ ਪਹਿਲਾ। ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗਾਂ ਨੀਤਾ ਨੀਤ। ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਂਗਤ ਭਿਖਿਆ ਪਾਏ। ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸ਼ਰੀਰੀ ਚੜ੍ਹਨਾ। ਚੰਦਨ ਭਗਤਾਂ ਜੋਤ ਏਨੇਹੀ, ਸਰਬ ਪਰਮਲ ਕਰਣਾ। ਕੇ ਪਟ ਭਾਂਡਾ ਕਹਿ ਨ ਕੋਈ, ਐਸਾ ਭਗਤ ਵਰਨ ਮਹਿ ਹੋਏ। ਤੇਰਾ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿਨ ਦਰ ਭਿਖਿਆ ਪਾਏ। ਤੇਰਾ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿਨ ਦਰ ਭਿਖਿਆ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।
ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਅਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 721 ਤੇ ਸੁਸ਼ੋਭਿਤ ਹੈ। ਤਿਲੰਗ ਰਾਗ ਹੈ, ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ। ਘਰ ਦੂਜਾ, ਦੂਜੇ ਘਰ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਲਈ ਉਪਦੇਸ਼ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਮੰਗਲ ਹੈ ਅਕਾਲ ਪੁਰਖ ਦਾ, ਰੱਬ ਇੱਕ ਹੈ, ਓੰ ਪ੍ਰਕਾਸ਼ਕ ਹੈ, ਕਾਰ ਇੱਕ ਰਸ ਹੈ। ਸਤ ਗੁਰ, ਉਸ ਦਾ ਜਿਹੜਾ ਗਿਆਨ ਹੈ ਉਹ ਸਤ ਹੈ। ਪ੍ਰਸਾਦ, ਉਸ ਦਾ ਗਿਆਨ, ਰੱਬ ਦਾ ਗਿਆਨ, ਬ੍ਰਹਮ ਦਾ ਗਿਆਨ, ਗੁਰਬਾਣੀ ਦਾ ਗਿਆਨ। ਗੁਰਬਾਣੀ ਸਤਿਗੁਰ ਹੈ ਅਤੇ ਉਹਦੀ ਕਿਰਪਾ ਦੇ ਨਾਲ ਇਹ ਗਿਆਨ ਪ੍ਰਾਪਤ ਹੁੰਦਾ ਹੈ। ਇਹ ਨਹੀਂ ਬਹੁਤ ਵਿੱਦਿਆ ਪ੍ਰਾਪਤ ਕਰ ਲਈ ਫਿਰ ਗੁਰਬਾਣੀ ਦਾ ਗਿਆਨ ਸਾਨੂੰ ਹੋ ਸਕਦਾ ਨਹੀਂ। ਜਿੰਨਾ ਚਿਰ ਉਹਦੀ ਮਿਹਰ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਗੁਰਬਾਣੀ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ। ਜਿਨ੍ਹਾਂ ਦਿਨਾਂ 'ਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਕਰਕੇ ਇਸ ਸੰਸਾਰ ਦੇ ਵਿੱਚ ਵਿਚਰੇ ਨੇ, ਉਹਨਾਂ ਦੇ ਕੋਲ ਜੋ ਬ੍ਰਹਮ ਦੀ ਦਾਤ, ਜੋ ਬ੍ਰਹਮ ਦਾ ਛੱਟਾ ਦੇ ਰਿਹਾ ਸੀ, ਬ੍ਰਹਮ ਵੰਡਦੇ ਪਏ ਸਨ, ਉਸ ਤੋਂ ਸਾਰੇ ਸਾਧ ਸੰਤ ਜੋਗੀ ਸੰਨਿਆਸੀ ਸਾਰੇ ਪ੍ਰਭਾਵਿਤ ਸੀਗੇ। ਜਿਹੜੇ ਇਹ ਜੋਗੀ ਸੀ, ਨਾਥ ਸੀ, ਸੰਨਿਆਸੀ ਸੀ, ਇਹ ਵੀ ਸਮਾਧੀਆਂ ਲਾਉਂਦੇ ਸੀ ਪਰ ਨਸ਼ੇ ਦਾ ਸਹਾਰਾ ਲੈਂਦੇ ਹੁੰਦੇ ਸੀਗੇ। ਕੋਈ ਸ਼ਰਾਬ ਦਾ ਸਹਾਰਾ ਲੈਂਦਾ ਸੀ, ਕੋਈ ਭੰਗ ਦਾ ਸਹਾਰਾ ਲੈਂਦਾ ਸੀ, ਕਿਸੇ ਨਾ ਕਿਸੇ ਨਸ਼ੇ ਦਾ ਸਹਾਰਾ ਲੈਂਦੇ ਸੀ। ਫਿਰ ਉਹ ਹੌਲੀ ਹੌਲੀ ਨਸ਼ਿਆਂ ਦੇ ਆਦੀ ਹੋ ਗਏ। ਨਸ਼ਿਆਂ ਦੀ ਅਗਰ ਲਿਵ ਤਾਂ ਕੀ ਲੱਗਣੀ ਸੀ, ਉਹ ਜੋ ਬ੍ਰਹਮ ਦਾ ਜੀਵਨ, ਬ੍ਰਹਮ ਗਿਆਨੀ ਦਾ ਜੀਵਨ, ਉਹ ਨਹੀਂ ਮਿਲਿਆ ਇਹਨਾਂ ਨੂੰ। ਪਸ਼ੂਆਂ ਵਾਲਾ ਜੀਵਨ ਮਿਲ ਗਿਆ, ਬੇਸੁੱਧੀ ਵਾਲਾ ਜੀਵਨ ਇਹਨਾਂ ਨੂੰ ਮਿਲ ਗਿਆ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਫਕੀਰੀ ਜਾਮਾ ਧਾਰਨ ਕੀਤਾ ਹੋਇਆ ਸੀਗਾ। ਸੋ ਇਸ ਕਰਕੇ ਜਦੋਂ ਕਦੀ ਇਹਨਾਂ ਦਾ ਕਿਸੇ ਜੋਗੀ ਨਾਲ, ਨਾਥ ਨਾਲ, ਕਿਸੇ ਨਾਲ ਵੀ ਕੋਈ ਵਿਚਾਰ ਚਰਚਾ ਹੁੰਦੀ ਹੈ, ਉਹਦੇ ਵਿੱਚ ਆਪਣੇ ਨਸ਼ੇ ਦੀ ਇਹ ਗੱਲ ਕਰਦੇ ਵੀ ਸਾਡਾ ਨਸ਼ਾ ਕੀ ਹੈ। ਕਹਿੰਦੇ ਜਿਹੜਾ ਆ ਭੰਗ ਆ ਨਾ, ਭੰਗ, ਇਹ ਜੋ ਰੱਬੀ ਅਦਬ ਆ ਸਾਡੇ ਮਨ ਵਿੱਚ, ਭਾਉ ਤੇਰਾ ਭੰਗ, ਰੱਬ ਦਾ ਅਦਬ, ਪਰਮਾਤਮਾ ਦਾ ਡਰ, ਇਹ ਭੰਗ ਹੈ। ਹੁਣ ਇਸ ਭੰਗ ਨੂੰ ਜਿਹੜੇ ਹੁਣ ਭੰਗ ਪੀਣੇ ਵਾਲੇ ਆ, ਜਿਹੜੇ ਵੀ ਭੰਗ ਦਾ ਸੇਵਨ ਕਰਦੇ ਆ, ਉਹ ਭੰਗ ਨੂੰ ਹਮੇਸ਼ਾ ਨਾਲ ਰੱਖਦੇ ਆ। ਉਹਦੇ ਵਾਸਤੇ ਉਹਨਾਂ ਨੇ ਇੱਕ ਗੁੱਥੀ ਬਣਾਈ ਹੁੰਦੀ ਹੈ ਅਤੇ ਆਪਣੇ ਗੁੱਥੀ ਵਿੱਚ ਭੰਗ ਪਾ ਕੇ ਰੱਖਦੇ ਆ। ਜਦੋਂ ਉਹਨਾਂ ਨੂੰ ਨਸ਼ੇ ਦੀ ਟੋਟ ਲੱਗਦੀ ਹੈ, ਭੰਗ ਰਗੜਦੇ ਆ ਅਤੇ ਪੀ ਲੈਂਦੇ ਨੇ। ਸੋ ਜਿਹੜੀ ਇਹ ਭੰਗ ਹੈ, ਇਹ ਕਿੱਥੇ ਰੱਖੀ ਹੈ? ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਜ਼ਿਕਰ ਕਰਦੇ ਨੇ। ਕਹਿੰਦੇ ਖਲੜੀ ਮੇਰਾ ਚੀਤ, ਖਲੜੀ ਹੁੰਦੀ ਹੈ ਗੁੱਥੀ, ਮੇਰਾ ਚਿੱਤ ਗੁੱਥੀ ਹੈ। ਮੈਂ ਆਪਣੇ ਚਿੱਤ ਵਿੱਚ ਇਸ ਭੰਗ ਦੇ ਨਸ਼ੇ ਨੂੰ ਪਾ ਕੇ ਰੱਖਿਆ ਹੋਇਆ। ਭੰਗ ਕਿਹੜੀ ਭੰਗ? ਰੱਬ ਦਾ ਅਦਬ, ਪਰਮਾਤਮਾ ਦੇ ਹੁਕਮ ਦਾ ਡਰ। ਬਸ ਇਹ ਮੈਂ ਨਸ਼ਾ ਕਦੀ ਉਤਰਨ ਨਹੀਂ ਦਿੰਦਾ। ਇਹ ਮੈਂ ਨਸ਼ਾ ਆਪਣੇ ਆਪ ਨੂੰ ਚਾੜ੍ਹ ਕੇ ਰੱਖਦਾ, ਭਾਵ ਹਰ ਵਕਤ ਅੱਠੇ ਪਹਿਰ। ਸੋ ਇਹ ਪਰਮਾਤਮਾ ਦਾ ਡਰ, ਅਦਬ, ਉਹਦੇ ਵਿੱਚ ਮੈਂ ਰਹਿੰਦਾ। ਉਹ ਡਰ ਦਾ, ਅਦਬ ਦਾ ਜਿਹੜਾ ਨਸ਼ਾ ਮੈਨੂੰ ਹਰ ਵਕਤ ਚੜ੍ਹਿਆ ਰਹਿੰਦਾ ਹੈ। ਕਦੀ ਜਦੋਂ ਲੱਗਦਾ ਵੀ ਨਸ਼ੇ ਵਿੱਚ ਟੋਟ ਆ ਗਈ ਹੈ ਅਤੇ ਫਿਰ ਧਿਆਨ ਲਾਉਣਾ ਕਿੱਥੇ? ਆਪਣੇ ਅੰਦਰ ਹੀ ਨਿਜ ਸਰੂਪ ਦੇ ਵਿੱਚ। ਉਹ ਖੱਲੜੀ ਹੈ ਨਾ, ਚਿੱਤ ਖੱਲੜੀ ਹੈ ਨਾ, ਉਹਦੇ ਵਿੱਚੋਂ ਫਿਰ ਸੋ ਉਹ ਡਰ ਜਿਹੜਾ ਅਦਬ ਹੈ ਅਤੇ ਉਹਨੂੰ ਹੋਰ ਲੈ ਲਈਦਾ ਕਹਿੰਦੇ। ਸੋ ਇਹ ਇੱਦਾਂ ਅੱਠੇ ਪੈਰ ਦੀ ਸਮਾਧੀ ਚੱਲੀ ਰਹਿੰਦੀ ਹੈ ਕਹਿੰਦੇ। ਇਹ ਸਾਡਾ ਨਸ਼ਾ ਹੈ। ਮਹਾਰਾਜ ਕਹਿੰਦੇ ਮੈਂ ਦੀਵਾਨਾ ਭਇਆ ਅਤੀਤ। ਇਹ ਰੱਬ ਦੇ ਡਰ ਦਾ ਅਦਬ ਜਿਹੜਾ ਇਹ ਨਸ਼ਾ ਆ,
ਇਹਦੇ ਨਾਲ ਮੈਂ ਦੀਵਾਨਾ ਹੋ ਗਿਆ, ਬੌਰਾ ਹੋ ਗਿਆ, ਕਮਲਾ ਹੋ ਗਿਆ, ਅਤੀਤ ਹੋ ਗਿਆ। ਅਤੀਤ ਹੁੰਦਾ ਨਿਰਲੇਪ ਹੋ ਜਾਣਾ। ਇਸ ਨਸ਼ੇ ਦੇ ਨਾਲ ਕਹਿੰਦੇ ਮੈਂ ਅਤੀਤ ਹੋਇਆ ਪਿਆ, ਨਿਰਲੇਪ ਹੋਇਆ ਪਿਆ। ਹੁਣ ਸੋ ਇਸ ਜਿੱਦਾਂ ਭੰਗ ਦੇ ਪੀਣ ਵਾਸਤੇ ਭਾਂਡਾ ਚਾਹੀਦਾ। ਉਹਨਾਂ ਕੋਲ ਬਾਟੇ ਹੁੰਦੇ ਆ, ਬਾਟਿਆਂ ਨਾਲ ਭੰਗ ਪੀਂਦੇ ਆ ਫਿਰ। ਅਤੇ ਗੁਰੂ ਸਾਹਿਬ ਜੀ ਉਹ ਬਾਟੇ ਦਾ ਵੀ ਜ਼ਿਕਰ ਕਰਦੇ ਨੇ, ਉਹ ਬਾਟੇ ਦਾ ਵੀ ਜ਼ਿਕਰ ਕਰਦੇ ਨੇ। ਕਹਿੰਦੇ ਕਰ ਕਾਸਾ ਦਰਸ਼ਨ ਕੀ ਭੂਖ। ਸੋ ਕਰ ਹੱਥਾਂ ਨੂੰ ਕਿਹਾ ਜਾਂਦਾ, ਕਾਸਾ ਭਾਂਡੇ ਨੂੰ ਕਿਹਾ ਜਾਂਦਾ। ਸੋ ਇੱਥੇ ਕਰ ਤੋਂ ਭਾਵ ਹੈ ਮਨ ਅਤੇ ਚਿੱਤ ਦਾ ਇੱਕ ਹੋ ਜਾਣਾ। ਜਿਨ੍ਹਾਂ ਦਾ ਮਨ ਅਤੇ ਚਿੱਤ ਇੱਕ ਹੋ ਜਾਂਦਾ ਉਹਨਾਂ ਨੂੰ ਫਿਰ ਅੰਦਰਲਾ ਭਾਂਡਾ ਨਸੀਬ ਹੁੰਦਾ ਹੈ। ਔਰ ਉਸ ਕਰ ਦੇ ਵਿੱਚ ਹੀ ਇਹ ਰੱਬੀ ਅਦਬ ਡਰ ਦਾ ਨਸ਼ਾ ਜਿਹੜਾ ਉਹ ਪਾਇਆ ਜਾਂਦਾ ਅਤੇ ਪੀਤਾ ਜਾਂਦਾ ਹੈ। ਅਤੇ ਦਰਸ਼ਨਾਂ ਦੀ ਭੁੱਖ ਲੱਗਦੀ। ਹੁਣ ਜਿੱਦਾਂ ਜੋਗੀਆਂ ਕੋਲ ਭਾਂਡਾ ਇੱਕੋ ਹੀ ਹੁੰਦਾ, ਇੱਕੋ ਹੀ ਬਾਟਾ ਹੁੰਦਾ, ਉਹਦੇ ਨਾਲ ਹੀ ਉਹ ਪਾਣੀ ਪੀਂਦੇ ਨੇ, ਉਹਦੇ ਨਾਲ ਹੀ ਉਹ ਭੰਗ ਘੋਟ ਕੇ ਪੀਂਦੇ ਨੇ। ਜੇ ਉਹਨਾਂ ਨੇ ਕੋਈ ਰੋਟੀ ਪਾਣੀ ਖਾਣੀ ਤਾਂ ਉਸੇ ਭਾਂਡੇ ਵਿੱਚ ਪਾ ਕੇ ਖਾਂਦੇ ਨੇ। ਭੁੱਖ ਵੀ ਲੱਗਦੀ, ਕਹਿੰਦੇ ਨਸ਼ਾ ਵੀ ਕਰਦਾ ਅਤੇ ਮੈਨੂੰ ਭੁੱਖ ਵੀ ਲੱਗਦੀ। ਕਾਹਦੀ ਭੁੱਖ ਲੱਗਦੀ? ਮਹਾਰਾਜ ਕਹਿੰਦੇ ਦਰਸ਼ਨ ਕੀ ਭੂਖ। ਦਰਸ਼ਨ ਕੀ ਭੂਖ, ਉਹਦੇ ਵਾਸਤੇ ਵੀ ਮਨ ਚਿੱਤ ਦਾ ਹੋਣਾ, ਜੁੜਿਆ ਹੋਣਾ ਜ਼ਰੂਰੀ। ਭਾਂਡਾ ਤਿਆਰ ਹੋਣਾ ਚਾਹੀਦਾ, ਕਿਉਂਕਿ ਉਹਨੇ ਫਿਰ ਉਹ ਖੁਰਾਕ ਦੇਣੀ ਹੈ ਨਾ ਰੱਬ ਨੇ। ਰੱਬ ਕੋਲੋਂ ਜਦੋਂ ਦਰਸ਼ਨਾਂ ਦੀ ਖੁਰਾਕ ਮੰਗ ਲਈ ਅਤੇ ਰੱਬ ਫਿਰ ਦਰਸ਼ਨਾਂ ਦੀ ਖੁਰਾਕ ਇਹ ਮਨ ਚਿੱਤ ਵਾਲੇ ਭਾਂਡੇ ਵਿੱਚ ਪਾਉਂਦਾ, ਇਸ ਘਰ ਵਿੱਚ ਉਹ ਪਾਉਂਦਾ। ਦਰਸ਼ਨ ਤੋਂ ਭਾਵ ਹੁੰਦਾ ਸੂਝ ਬੂਝ, ਸੋਝੀ। ਸੋ ਬਾਣੀ ਦੀ ਸੋਝੀ ਹੋਣੀ, ਇਹਦੇ ਨਾਲ ਅੰਦਰਲੀ ਭੁੱਖ ਦੂਰ ਹੋ ਜਾਂਦੀ ਆ। ਭੁੱਖ ਨਹੀਂ ਰਹਿੰਦੀ ਕੋਈ, ਭੁੱਖਾਂ ਸਭ ਕਮਾਈਆਂ। ਦਰਸ਼ਨ ਤੋਂ ਭਾਵ ਹੀ ਸਮਝ ਹੁੰਦਾ ਹੈ। ਸੋ ਇਹ ਸਮਝ ਦੀ ਭੁੱਖ ਲੱਗ ਗਈ, ਮੈਨੂੰ ਸਮਝ ਆਉਣੀ ਚਾਹੀਦੀ। ਇਹ ਬੜੀ ਵੱਡੀ ਭੁੱਖ ਹੈ। ਜਿੰਨਾ ਚਿਕਰ ਕਿਸੇ ਗੱਲ ਦੀ ਸਮਝ ਨਾ ਲੱਗੇ, ਅਤੇ ਜਿੱਦਾਂ ਇਹਨਾਂ ਦਾ ਭੁੱਖਾ ਬੰਦਾ ਨਹੀਂ ਤੜਫਦਾ। ਭੁੱਖਾ ਬੰਦਾ, ਰੋਟੀ ਤੋਂ ਜਿਹੜਾ ਭੁੱਖਾ ਬੰਦਾ ਪਰੇਸ਼ਾਨ ਹੁੰਦਾ ਨਾ, ਅਤੇ ਉਹ ਫਿਰ ਰੋਟੀ ਦੀ ਖਾਤਰ ਕਦੀ ਕਿਤੇ ਜਾਂਦਾ, ਕਦੀ ਕਿਤੇ ਜਾਂਦਾ, ਭੁੱਖ ਲੱਗੀ ਹੈ। ਫਿਰ ਜਿਹੜੇ ਅੰਦਰ ਰੋਟੀ ਹੀ ਨਹੀਂ ਗਈ, ਉਹਦੇ ਸਰੀਰ ਵਿੱਚ ਤਾਂ ਇਹ ਕੁਛ ਕਰਨ ਦੀ ਵੀ ਹਿੰਮਤ ਨਹੀਂ, ਕਿਸੇ ਪਾਸੇ ਜਾਣ ਦੀ ਹਿੰਮਤ ਨਹੀਂ ਹੁੰਦੀ। ਉਹ ਤਾਕਤ ਹੀ ਸਾਰੀ ਨਿਕਲ ਜਾਂਦੀ ਉਹਦੇ ਵਿੱਚੋਂ। ਪਰ ਅੱਜ ਜਦੋਂ ਦਰਸ਼ਨਾਂ ਦੀ ਭੁੱਖ ਲੱਗਦੀ ਹੈ, ਇਹ ਦਰਸ਼ਨਾਂ ਦੀ ਰੋਟੀ ਲੈਣ ਵਾਸਤੇ ਇਹ ਤਾਕਤਵਰ ਹੁੰਦਾ ਸਮਾਂ ਕੇ, ਕਮਜ਼ੋਰ ਨਹੀਂ ਪੈਂਦਾ, ਹੋਰ ਤਾਕਤਵਰ ਹੋ ਜਾਂਦਾ ਹੈ। ਉਹ ਦਰਸ਼ਨ ਕੀ ਭੂਖ, ਮਤਲਬ ਸੋਝੀ ਲੈਂਦਾ ਵੀ ਕਿਤੇ ਮੈਨੂੰ ਸੋਝੀ ਮਿਲ ਜਾਵੇ, ਕਿਉਂਕਿ ਭੁੱਖਿਆ ਨਾ, ਤੜਫਿਆ ਅੰਦਰ ਦਰਸ਼ਨਾਂ ਵਾਸਤੇ। ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ। ਕਦੀ ਕਿਸੇ ਕੋਲੋਂ ਪੁੱਛਣਾ, ਕਦੀ ਕਿਸੇ ਕੋਲੋਂ ਪੁੱਛਣਾ। ਜਿੱਦਾਂ ਹੁਣ ਤਾਂ ਮਹਾਰਾਜ ਨੇ ਬੜੀ ਕਿਰਪਾ ਕਰ ਦਿੱਤੀ, ਜਦੋਂ ਉਹਦੀ ਬਾਣੀ ਦੇ ਲੜ ਲੱਗੇ ਹੈ, ਹੁਣ ਦਰ ਦਰ 'ਤੇ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ। ਅਤੇ ਹੁਣ ਬਸ ਇੱਕੋ ਹੀ ਜਗ੍ਹਾ ਤੋਂ ਸਭ ਕੁਝ ਸਾਨੂੰ ਮਿਲਦਾ ਪਿਆ। ਅਤੇ ਜਿਨ੍ਹਾਂ ਨੂੰ ਇਹ ਦਰਸ਼ਨਾਂ ਦੀ ਭੁੱਖ ਲੱਗ ਜਾਂਦੀ ਹੈ, ਉਹ ਨਾ ਦਿਨ ਵੇਖਦੇ ਨਾ ਰਾਤ ਵੇਖਦੇ ਨੇ, ਬਸ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਰਹਿੰਦੇ ਨੇ। ਭੁੱਖ ਲੱਗੀ ਹੋਈ ਹੈ ਨਾ ਅੰਦਰ, ਦਰਸ਼ਨ ਕੀ ਭੂਖ, ਭੁੱਖ ਲੱਗ ਗਈ। ਬਸ ਮੈਨੂੰ ਸਮਝ ਪੈ ਜਾਵੇ, ਮੈਨੂੰ ਕੋਈ ਸਮਝਾ ਦੇਵੇ। ਅਤੇ ਇਹ ਭੁੱਖ ਐਸੀ ਹੈ, ਗੁਰਬਾਣੀ ਦੀ ਸਮਝ ਦੀ ਜਦੋਂ ਭੁੱਖ ਲੱਗਦੀ ਨਾ, ਅਤੇ ਇਹ ਭੁੱਖ ਐਸੀ ਹੈ, ਜਿਉਂ-ਜਿਉਂ ਗੁਰਬਾਣੀ ਸਮਝ ਲੱਗੀ ਜਾਣੀ ਹੈ, ਤਿਉਂ-ਤਿਉਂ ਇਹ ਭੁੱਖ ਵੱਧਦੀ ਜਾਣੀ ਹੈ। ਤਿਉਂ ਤੇ ਇਹਦੇ ਮਨ 'ਚ ਇਹੀ ਆਉਣਾ ਵੀ ਹੋਰ ਪਤਾ ਲੱਗੇ, ਹੋਰ ਪਤਾ ਲੱਗੇ। ਇਹ ਇੱਦਾਂ ਦੀ ਇਹ ਭੁੱਖ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਮੈਂ ਦਰ ਮੰਗਾਂ ਨੀਤਾ ਨੀਤ। ਅਤੇ ਇਹ ਜਿਹੜੀ ਇਹ ਦਰਸ਼ਨ ਨੇ ਨਾ, ਸੋਝੀ ਹੈ ਜਿਹੜੀ, ਮੈਂ ਰੋਜ਼ ਮੰਗਦਾ, ਨਿੱਤ ਮੰਗਦਾ, ਦਰ 'ਤੇ ਖੜ੍ਹ ਕੇ ਮੰਗਦਾ, ਦਰ 'ਤੇ ਖੜ੍ਹ ਕੇ ਮੰਗਦਾ। ਮੰਨ ਲਓ ਸਨਮੁਖ ਹੋ ਕਰਕੇ, ਬਿਲਕੁਲ। ਦਰ ਕੀ ਹੁੰਦਾ? ਦਰ ਸਾਹਮਣੇ ਹੋ ਜਾਣਾ। ਦਰ ਉਹ ਨਹੀਂ ਕਿਹਾ ਜਾਂਦਾ, ਸਾਹਮਣੇ। ਮਤਲਬ ਹਰ ਵਕਤ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦਰਸ਼ਨਾਂ ਵਾਸਤੇ ਮੈਂ ਬੇਨਤੀਆਂ ਕਰਦਾ। ਹੁਣ ਮੈਨੂੰ ਮਹਾਰਾਜ ਜੀ ਸੋਝੀ ਦੇ ਦਿਓ, ਸਮਝ ਦੇ ਦਿਓ। ਫਿਰ ਕਿਰਪਾ ਕਰ ਦਿੰਦੇ ਨੇ। ਪਹਿਲੋਂ ਮੰਗ ਮੰਗ ਕੇ ਖਾਂਦਾ ਸੀ, ਹੁਣ ਫਿਰ ਜਦੋਂ ਉਹ ਭਾਂਡਾ ਭਰਦਾ ਹੈ ਨਾ,
ਫਿਰ ਅੰਦਰੋਂ ਉਹ ਰਿਜ਼ਕ ਪੈਦਾ ਕਰ ਦਿੰਦਾ ਦਰਸ਼ਨਾਂ ਦਾ, ਸੋਝੀ ਦਾ। ਜਦੋਂ ਰਿਜ਼ਕ ਅੰਦਰੋਂ ਪੈਦਾ ਸ਼ੁਰੂ ਹੋਣਾ ਹੋ ਜਾਂਦਾ ਸੋਝੀ ਦਾ, ਅਤੇ ਫਿਰ ਇਹ ਵਰਤਾਉਣੇ ਵਾਲਿਆਂ 'ਚ ਹੋ ਜਾਂਦਾ। ਫਿਰ ਦਰਸ਼ਨਾਂ, ਫਿਰ ਸੋਝੀ ਦਾ ਗਿਆਨ ਵੰਡਦਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨੂੰ ਇਸ ਪਾਸੇ ਲਾ ਦਿੰਦੇ ਨੇ। ਇਹ ਕਹਿੰਦੇ ਹਾਂ ਮੂਰਖ ਕਾਰੇ ਲਾਇਆ, ਮੈਂ ਤਾਂ ਵਾਕਿਆ ਮੂਰਖ ਸੀ, ਪਰ ਮਹਾਰਾਜ ਨੇ ਮੈਨੂੰ ਇਸ ਕੰਮ ਲਾ ਦਿੱਤਾ, ਭੰਡਾਰੀ ਬਣਾ ਦਿੱਤਾ, ਵਰਤਾਉਣੇ ਵਾਲਾ ਬਣਾ ਦਿੱਤਾ। ਉਹ ਕੀ ਕਹਿੰਦੇ? ਬ੍ਰਹਮ ਗਿਆਨ। ਬ੍ਰਹਮ ਗਿਆਨ ਜਿਹੜਾ ਆ ਉਹਦਾ ਭੰਡਾਰੀ ਮੈਨੂੰ ਬਣਾ ਦਿੱਤਾ। ਫਿਰ ਪਰ ਪਹਿਲੋਂ ਤਾਂ ਇਹ ਖੜ੍ਹ ਕੇ ਭਾਈ ਮੰਗਣਾ ਪੈਂਦਾ, ਨੀਤਾ ਨੀਤ। ਫਿਰ ਉਹ ਮੰਗ ਦੇ ਵਿੱਚ ਕਦੀ ਬਦਲਾਅ ਨਹੀਂ ਹੁੰਦਾ। ਇਹ ਨਹੀਂ ਵੀ ਅੱਜ ਮੰਗ ਹੋਰ ਹੈ, ਕੱਲ੍ਹ ਹੋਰ ਹੈ। ਅੱਜ ਦਰਸ਼ਨਾਂ ਦੀ ਗੱਲ ਕਰਦਾ ਆ, ਅਤੇ ਕੱਲ੍ਹ ਨੂੰ ਜੇ ਕੋਈ ਪਰਿਵਾਰਕ ਸਮੱਸਿਆ ਖੜ੍ਹੀ ਹੋ ਗਈ, ਸੱਚੇ ਪਾਤਸ਼ਾਹ ਮੇਰੀ ਆਹ ਸਮੱਸਿਆ ਦੂਰ ਕਰ, ਉਹ ਪਰਿਵਾਰਕ ਸਮੱਸਿਆ ਵੱਡੀ ਦਿਸਦੀ ਹੈ। ਮਤਲਬ ਦਰਸ਼ਨਾਂ ਦੀ ਜਿਹੜੀ ਭੁੱਖ ਸੀਗੀ, ਸੋ ਉਹ ਇੱਕ ਸਿਰਫ ਖਿਆਲੀ ਸੀ, ਇੱਕ ਜਾਣਕਾਰੀ ਸੀਗੀ। ਜਾਣਕਾਰੀ ਪੜ੍ਹ ਕੇ ਜਾਣਕਾਰੀ ਪ੍ਰਾਪਤ ਹੋ ਗਈ, ਅੰਦਰ ਭੁੱਖ ਨਹੀਂ ਸੀ ਲੱਗੀ, ਭੁੱਖ ਨਹੀਂ ਸੀ ਲੱਗੀ ਅੰਦਰ। ਸੋ ਜਿਨ੍ਹਾਂ ਦੇ ਅੰਦਰ ਭੁੱਖ ਲੱਗ ਜਾਂਦੀ, ਉਹ ਦੁਨਿਆਵੀ ਮੰਗਾਂ ਤਾਂ ਕੱਖ ਵੀ ਨਹੀਂ ਰਹਿ ਜਾਂਦੀਆਂ, ਜੋ ਮਰਜ਼ੀ ਹੁੰਦਾ ਰਹੇ ਕਹਿਣਾ, ਪਰ ਮਨ ਤਾਂ ਉਹ ਭੁੱਖ, ਮੇਰੀ ਭੁੱਖ ਪੂਰੀ ਹੋਵੇ। ਹੁਣ ਜਿਵੇਂ ਭੁੱਖਾ ਬੰਦਾ ਹੁੰਦਾ ਹੈ, ਭੁੱਖੇ ਖਾਵਤ ਲਾਜ ਨਾ ਆਵੇ। ਜਦੋਂ ਭੁੱਖ ਲੱਗ ਜਾਂਦੀ ਹੈ, ਉਹ ਜਿੱਦਾਂ ਮਰਜ਼ੀ ਉਹਨੂੰ ਕੋਈ ਸਾਰੇ ਦੇਖਦੇ ਰਹਿਣ, ਉੱਥੇ ਬੈਠ ਕੇ ਰੋਟੀ ਖਾਣੀ ਸ਼ੁਰੂ ਕਰ ਦਿੰਦਾ ਵੀ ਭੁੱਖ ਲੱਗੀ ਹੋਈ ਹੈ। ਅਤੇ ਭੁੱਖੇ ਬੰਦੇ ਨੂੰ ਮੰਗਦਿਆਂ ਵੀ ਸ਼ਰਮ ਨਹੀਂ ਆਉਂਦੀ, ਭੁੱਖ ਲੱਗੀ ਹੋਈ, ਮੰਗਣਾ ਕਾਹਦੀ ਸ਼ਰਮ, ਭੁੱਖ ਜੋ ਲੱਗੀ ਹੋਈ ਹੈ। ਜਿਨ੍ਹਾਂ ਨੂੰ ਦਰਸ਼ਨਾਂ ਦੀ ਭੁੱਖ ਲੱਗ ਜਾਂਦੀ ਹੈ, ਉਹ ਨਹੀਂ ਵੇਖਦੇ ਭਾਈ ਮੈਂ ਜਿਹਦੇ ਕੋਲ ਮੰਗਦਾ ਉਹ ਕੌਣ ਹੈ, ਹੈ ਨਾ। ਜਿਹਦੇ ਕੋਲ ਬ੍ਰਹਮ ਦਾ ਗਿਆਨ ਹੈ, ਉਹਦੀ ਜਾਤ ਪੁੱਛਦਾ ਨਾ, ਉਹਦਾ ਹੋਰ ਕੋਈ ਕਾਰੋਬਾਰ ਜਾਂ ਕੋਈ ਉਮਰ ਕੋਈ ਦੇਖਦਾ ਨਾ, ਕਿਉਂਕਿ ਦਰਸ਼ਨਾਂ ਦੀ ਭੁੱਖ ਪੂਰੀ ਹੋ ਰਹੀ ਹੈ, ਸੋਝੀ ਮਿਲ ਰਹੀ ਹੈ, ਉਹ ਨਹੀਂ ਦੇਖਦਾ ਇਹੋ ਜਿਹੀਆਂ ਗੱਲਾਂ। ਸੋ ਮੈਂ ਦਰ ਮੰਗੋ ਨੀਤਾ ਨੀਤ। ਫਿਰ ਨਿੱਤ ਮੰਗਦਾ, ਰੋਜ਼ ਮੰਗਦਾ, ਸ਼ਰਮ ਨਹੀਂ ਕਰਦਾ, ਇੱਕੋ ਹੀ ਮੰਗ ਹੁੰਦੀ ਉਹਨਾਂ ਦੀ। ਫਿਰ ਜਦੋਂ ਗੁਰੂ ਕਿਰਪਾ ਕਰਕੇ ਹੁਣ ਦਿੰਦਾ ਤਾਂ ਥੋੜ੍ਹਾ ਜਿਹਾ, ਜਦੋਂ ਥੋੜ੍ਹਾ ਜਿਹਾ ਦੇਣਾ ਵਾਧਾ ਬਹੁਤ ਹੈ। ਜਿਹੜਾ ਇਹ ਰਿਜ਼ਕ ਆ ਨਾ ਨਾਮ ਦਾ, ਇਹ ਵਾਧਾ ਬੜਾ, ਅਤੇ ਦਿੰਦਾ ਵੀ ਉਹਨੂੰ ਹੀ ਹੈ ਜਿਹੜਾ ਇਹਦੀ ਕਦਰ ਕਰਦਾ ਹੈ। ਲੈਣੇ ਵਾਲਾ ਜਿਹੜਾ ਹੁੰਦਾ, ਉਹਨਾਂ ਦੇ ਅੰਦਰ ਹੀ ਵਾਧਾ। ਜਿਹੜੀ ਉਪਜਾਊ ਧਰਤੀ ਹੁੰਦੀ ਹੈ, ਬੀਜ ਤਾਂ ਉਹਦੇ ਵਿੱਚ ਹੀ ਪਾਏ ਦਾ ਫਾਇਦਾ ਹੁੰਦਾ। ਜ਼ਿਮੀਂਦਾਰ ਨੂੰ ਪਤਾ ਹੈ, ਉਂਝ ਬੀਜ ਖਰਾਬ ਨਹੀਂ ਕਰਦਾ ਹੈ, ਅਤੇ ਅਕਾਲ ਪੁਰਖ ਤਾਂ ਸਭ ਤੋਂ ਵੱਡਾ ਸਿਆਣਾ ਜ਼ਿਮੀਂਦਾਰ ਹੈ। ਨਾਮ ਬੀਜ ਕਿਹ 'ਚ ਪਾਊਗਾ ਵੀ, ਜਿਹਦੇ ਹਿਰਦੇ ਧਰਤੀ ਉਪਜਾਊ ਹੋ ਚੁੱਕੀ, ਅੰਦਰ ਭੁੱਖ ਲੱਗੀ ਹੋਈ ਹੈ, ਉਹ ਪਾਉਂਦਾ ਹੈ। ਫਿਰ ਉਹਦੇ 'ਚ ਬੋਲ ਬਣਦਾ, ਉਹ ਫਿਰ ਸੋ ਭਾਈ ਆਪ ਉਸ ਰਿਜ਼ਕ ਦਾ, ਭੰਡਾਰੇ ਦਾ ਉਹ ਮਾਲਕ ਬਣ ਜਾਂਦਾ। ਪਰ ਨਿੱਤ ਮੰਗਣਾ ਪੈਂਦਾ, ਪਹਿਲਾਂ ਭਿਖਾਰੀ ਨਿੱਤ ਬਣਨਾ ਪੈਂਦਾ। ਕਹਿੰਦੇ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਹਮ ਭੀਖੁਕ ਭਿਖਾਰੀ ਤੇਰੇ, ਭਿਖਾਰੀ ਹਾਂ ਪਰ ਤੇਰੇ ਹਾਂ। ਪਰ ਭਿਖਾਰੀ ਵੀ ਇੱਕੋ ਹੀ ਦਾਤ ਦੇ, ਉਹ ਨਵੇਂ ਖਜ਼ਾਨੇ ਦੇ, ਨੌ ਨਿੱਧ, ਜਿਹੜਾ ਨੌ ਨਿੱਧ ਨਵਾਂ ਖਜ਼ਾਨਾ ਨਾਮ ਦਾ, ਉਹਦੇ ਭਿਖਾਰੀ ਹੈ। ਸੋ ਉਹ ਨਾਮ ਜਦੋਂ ਦਿੰਦਾ, ਫਿਰ ਇਹ ਅੰਦਰ ਹੀ ਇਹਦੇ ਫਿਰ ਉਹ ਰਿਜ਼ਕ ਜਿਹੜਾ ਨਾਮ ਦਾ ਉਹ ਚੱਲਦਾ। ਕਹਿੰਦੇ ਤਉ ਦਰਸ਼ਨ ਕੀ ਕਰੋ ਸਮਾਏ। ਬਸ ਦਰਸ਼ਨਾਂ ਦੀ ਹੀ ਮੰਗ, ਸਮਾਏ ਹੁੰਦਾ ਸਮਾ ਕੇ, ਉਹਨਾਂ ਵਿੱਚ ਰੁਚੀ ਲੈ ਕੇ ਸਮਾ ਜਾਣਾ। ਜਿਹੜੇ ਦਰਸ਼ਨਾਂ ਦੀ ਭੁੱਖ ਹੈ, ਜਦੋਂ ਜਿਹਨੂੰ ਰੋਟੀ ਦੀ ਭੁੱਖ ਹੈ, ਰੋਟੀ ਵਿੱਚ ਰੁਚੀ ਹੁੰਦੀ ਉਸ ਦੀ, ਉਹ ਮੰਗ ਵਿੱਚ ਦਰਦ ਹੁੰਦਾ। ਹੁਣ ਪਾਣੀ ਹੈ, ਜਿਹਨੂੰ ਪਾਣੀ ਦੀ ਪਿਆਸ ਹੈ, ਜਦੋਂ ਪਾਣੀ ਮੰਗੇਗਾ, ਪਾਣੀ ਦੇ ਵਿੱਚ ਸਮਾਇਆ ਹੋਇਆ ਆ ਪਾਣੀ, ਇੰਨੀ ਦਰਦ ਨਾਲ ਮੰਗਦਾ, ਚਾਹਤ ਨਾਲ ਮੰਗਦਾ, ਪਾਣੀ ਵਿੱਚ ਸਮਾਇਆ ਹੋਇਆ ਹੁੰਦਾ ਹੈ। ਭੁੱਖਾ ਬੰਦਾ ਰੋਟੀ ਮੰਗਦਾ, ਰੋਟੀ ਵਿੱਚ ਸਮਾਇਆ ਹੋਇਆ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਨਾਮ ਦਾ ਭੁੱਖਾ ਆ, ਉਹ ਨਾਮ ਦੇ ਵਿੱਚ ਸਮਾਇਆ ਹੋਇਆ ਹੁੰਦਾ ਹੈ। ਦਰਸ਼ਨ ਸੋਝੀ ਉਹਦੇ ਵਿੱਚ ਸਮਾਇਆ ਹੋਇਆ, ਦਰਸ਼ਨਾਂ ਦੇ ਵਿੱਚ ਸਮਾਇਆ ਹੋਇਆ। ਕਹਿੰਦੇ ਤਉ ਦਰਸ਼ਨ ਕੀ ਕਰੋ ਸਮਾਏ। ਮਹਾਰਾਜ ਕਹਿੰਦੇ ਮੈਂ ਦਰ ਮੰਗਤ ਭੀਖਿਆ ਪਾਏ। ਮਹਾਰਾਜ ਤੇਰੇ ਦਰ 'ਤੇ ਖੜ੍ਹਾ ਹੋਇਆ, ਮੰਗਦਾ ਆ, ਮੰਗਤਾ ਤੇਰੇ ਦਰ ਦਾ, ਫਿਰ ਕਿਰਪਾ ਕਰਕੇ ਭਿਕਸ਼ਾ ਪਾ ਦਿਓ। ਸੋ ਭਿਖਾਰੀ ਨੂੰ ਮਿਲ ਤਾਂ ਜਾਂਦਾ ਹੀ ਹੈ, ਪਰ ਧੀਰਜ ਰੱਖਣਾ ਪੈਂਦਾ, ਦਰ ਨਹੀਂ ਛੱਡਣਾ ਪੈਂਦਾ, ਦਰ ਕਦੇ ਨਾ ਛੋੜੇ। ਜੇ ਦਰ ਛੱਡਿਆ,
ਹੁਣ ਜਿਹੜੇ ਘਰ ਵਾਲੇ ਜਿਹੜੇ ਕੋਈ ਕੰਮ ਕਾਰ 'ਤੇ ਲੱਗੇ ਹੁੰਦੇ ਆ, ਥੋੜ੍ਹਾ ਟਾਈਮ ਲੱਗ ਜਾਂਦਾ। ਜੇ ਹੁਣ ਵੀ ਭੀਖ ਮੰਗਣ ਵਾਲਾ ਕਹਿੰਦਾ ਫਿਰ ਟਾਈਮ ਬੜਾ ਲੱਗ ਗਿਆ, ਅੱਗੇ ਚਲੇ ਗਿਆ, ਅਤੇ ਭਾਈ ਜਿਹੜੀ ਮੁੱਠੀ ਆਟੇ ਦੀ ਮਿਲਣੀ ਸੀ ਉਹ ਵੀ ਨਹੀਂ ਮਿਲਦੀ। ਫਿਰ ਉਹ ਉੱਥੇ ਜੇ ਬਹਿ ਹੀ ਗਿਆ, ਦਰ ਹੀ ਮੱਲ ਲਿਆ, ਫਿਰ ਕੁਝ ਨਾ ਕੁਝ ਮਿਲੇਗਾ ਜਦੋਂ ਦਰ ਹੀ ਮੱਲ ਲੈਂਦਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਦਰ ਮੱਲਦੇ ਨੇ। ਦਰ ਕੀ ਹੈ? ਇਹ ਗੁਰਬਾਣੀ ਸ਼ਬਦ, ਇਹ ਉਸ ਦਾ ਦਰ ਹੈ। ਗੁਰੂ ਦੁਆਰਾ, ਉਹ ਜਿਹੜਾ ਗੁਰੂ ਗੋਰਿਆ ਨਾ, ਗੁਰ ਗਿਆਨ, ਜਿਹਦੀ ਭੁੱਖ ਲੱਗਦੀ ਗਿਆਨ ਦੀ, ਆਤਮਿਕ ਭੋਜਨ ਹੈ ਜਿਹੜਾ, ਉਹਨੂੰ ਪ੍ਰਾਪਤ ਕਰਨ ਵਾਸਤੇ ਇਹ ਦਰ ਹੈ, ਨਹੀਂ ਛੱਡਦਾ। ਬਸ ਉਹ ਬਾਣੀ ਦਾ ਜਿਹੜਾ ਲੜ ਫੜ ਲਿਆ ਉਹ ਨਹੀਂ ਛੱਡਣਾ। ਕਹਿੰਦੇ ਮੈਂ ਦਰ ਮੰਗਤ ਭਿੱਖੀਆ ਪਾਏ, ਜਦੋਂ ਦਰ 'ਤੇ ਖੜ ਕੇ ਮੰਗਿਆ ਤਾਂ ਭਿੱਖਿਆ ਮਿਲ ਗਈ, ਸੋਝੀ ਹੋ ਗਈ, ਨਾਮ ਦੀ ਦਾਤ ਉਸਨੇ ਦੇ ਦਿੱਤੀ। ਰਹਾਓ ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸ਼ਰੀਰੀ ਚੜ੍ਹਨਾ। ਸੋ ਇਹ ਜਿਹੜੀ ਅੱਜ ਛੂਤ ਛਾਤ ਦੀ ਬਿਮਾਰੀ ਸੀ, ਸ਼ੋਸ਼ਾ ਦੀ, ਵੀ ਆ ਊਚ ਜਾਤ ਹੈ, ਨੀਚ ਜਾਤ ਹੈ, ਉਹਨੂੰ ਕਲੀਅਰ ਕਰਤਾ ਸਾਰਾ ਮਹਾਰਾਜ ਨੇ। ਜਾਤ ਤਾਂ ਕਿਸੇ ਦੀ ਵੀ ਕੋਈ ਨਹੀਂ, ਬ੍ਰਹਮ ਦੀ ਕੋਈ ਜਾਤ ਹੈ? ਬ੍ਰਹਮ ਬਿੰਦ ਤੇ ਸਭ ਉਤਪਾਤੀ, ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਗਰਭ ਦੇ ਵਿੱਚ ਵਾਸ ਉੱਥੇ ਹੈ, ਜਦੋਂ ਗਰਭ 'ਚ ਵਸਿਆ ਹੁੰਦਾ ਵੀ ਕਿਹੜੀ ਜਾਤ ਹੈ। ਬ੍ਰਹਮ ਬਿੰਦ ਤੋਂ ਸਾਰਿਆਂ ਦੀ ਪੈਦਾਇਸ਼ ਹੋਈ ਹੈ। ਕੇਸਰ, ਕੇਸਰ ਖੁਸ਼ਬੂਦਾਰ ਕੇਸਰ। ਫਿਰ ਕੁਸਮ, ਫੁੱਲਾਂ ਦੀ ਗੱਲ ਕਰਦੀ। ਕੇਸਰ ਬੜਾ ਮਹਿੰਗਾ ਹੁੰਦਾ ਭਾਈ, ਬੜੀ ਕੀਮਤ ਵਾਲਾ ਆ, ਅਤੇ ਬੜੀਆਂ ਦਵਾਈਆਂ 'ਚ ਪੈਂਦਾ, ਬੜੀ ਤਾਕਤ ਵਾਲਾ ਆ। ਕੁਸਮ ਫੁੱਲਾਂ ਦੀ ਗੱਲ ਕਰਦੀ ਹੈ। ਮਿਰਗ ਮੈਂ ਕਸਤੂਰੀ ਦੀ ਗੱਲ ਕਰਦੀ ਹੈ। ਹਰਣਾ, ਹਿਰਨ, ਸੋਨੇ ਦੀ ਗੱਲ ਕਰ ਦਿੱਤੀ ਹੈ। ਸਰਬ ਸ਼ਰੀਰੀ ਚੜ੍ਹਨਾ, ਇਹਨਾਂ ਨੂੰ ਸਾਰੇ ਹੀ ਵਰਤਦੇ ਨੇ, ਸਾਰੇ ਹੀ ਵਰਤਦੇ ਨੇ। ਹੁਣ ਜਦੋਂ ਕੇਸਰ ਆ, ਕਿੱਥੋਂ ਕੇਸਰ ਆਇਆ, ਕਿਹਦਾ ਕਿਹਦਾ ਹੱਥ ਲੱਗਾ, ਉਹ ਕੋਈ ਦੇਖਦਾ ਬੰਦਾ ਵੀ ਕਿਹਦਾ ਕਿਹਦਾ ਹੱਥ, ਪੈਕ ਕਰਨ, ਤੋੜਨੇ ਵਾਲਾ ਕੌਣ ਹੈ, ਪੈਕ ਕਰਨੇ ਵਾਲਾ ਕੌਣ ਹੈ, ਪਤਾ ਕੁਛ। ਕਹਿੰਦੇ ਇੱਦਾਂ ਹੀ ਫੁੱਲਾਂ ਦੀ ਗੱਲ ਦੇਖ ਲਓ, ਫੁੱਲਾਂ ਦੇ ਹਾਰ ਬਣਦੇ ਨੇ, ਅਤੇ ਹੁੰਦੇ ਤਾਂ ਖੇਤਾਂ 'ਚ ਹੀ ਹੈ। ਤੋੜਨੇ ਵਾਲਾ ਵੱਖਰਾ ਆ, ਉਹ ਕਿਹੜੀ ਜਾਤੀ ਦਾ ਆ, ਅਤੇ ਫਿਰ ਜਿਹੜਾ ਉਹਨੂੰ ਹਾਰ ਬਣਾਉਂਦਾ ਉਹ ਕਿਹੜੀ ਜਾਤੀ ਦਾ ਆ। ਉਹ ਕਿਹੜੇ ਕਿਹੜੇ ਹੱਥ ਫੁੱਲਾਂ ਨੂੰ ਲੱਗਦੇ ਪਏ ਨੇ। ਉਹ ਜਦੋਂ ਉਹਨਾਂ ਦੇ ਹਾਰ ਬਣਦੇ ਨੇ ਲਿਆ ਕੇ, ਵੀ ਕੋਈ ਆਪਣੇ ਇਸ਼ਟ ਨੂੰ ਚੜ੍ਹਦਾ, ਕੋਈ ਮੰਦਰਾਂ ਦੇ ਵਿੱਚ, ਗੁਰਦੁਆਰਿਆਂ 'ਚ, ਕੋਈ ਕਿਤੇ ਕਿਤੇ। ਹੁਣ ਜਿੱਦਾਂ ਕੋਈ ਉੱਚ ਜਾਤੀ ਵਾਲਾ ਕੋਈ ਵੱਡਾ ਬੰਦਾ ਆਉਂਦਾ, ਉਹਦਾ ਹਾਰ ਪਾ ਕੇ ਸਤਿਕਾਰ ਕੀਤਾ ਜਾਂਦਾ। ਹੁਣ ਜਿਹੜੇ ਫੁੱਲ ਆਏ ਨੇ, ਇਹ ਕਿੱਥੋਂ ਕਿੱਥੋਂ ਆਏ ਨੇ ਬਈ, ਕਿਹਦੇ ਕਿਹਦੇ ਹੱਥ ਲੱਗੇ ਨੇ। ਜਿਹਦੇ ਗਲ 'ਚ ਹਾਰ ਪੈਂਦਾ ਹੈ, ਜਿਹਦਾ ਸਤਿਕਾਰ ਹੁੰਦਾ ਹੈ, ਉਹ ਕੀ ਹਾਰ ਪਵਾਉਣ ਤੋਂ ਮਨਾ ਕਰਦਾ? ਪੁੱਛਦਾ ਵੀ ਫੁੱਲ ਕਿੱਥੋਂ ਕਿੱਥੋਂ ਆਏ ਨੇ? ਕੋਈ ਨਹੀਂ ਪੁੱਛਦਾ। ਸਰਬ ਸਰੀਰੀ ਚੜ੍ਹਨਾ। ਸੋਨਾ ਲਾ ਲਓ, ਸੋਨੇ ਦਾ ਵੀ ਇਹ ਹਾਲ ਹੈ। ਸੋਨਾ ਹੁਣ ਜਦੋਂ ਖਾਣਾ ਵਿੱਚੋਂ ਨਿਕਲਦਾ, ਫਿਰ ਇਹ ਗਹਿਣਾ ਬਣਨ ਤਿੱਕਰ ਇਹਨੂੰ ਕਿਹਦੇ ਕਿਹਦੇ ਹੱਥ ਲੱਗਦੇ ਪਏ ਨੇ, ਪਤਾ ਕੁਛ। ਪਰ ਜਦੋਂ ਉਹ ਸੋਨੇ ਦਾ ਗਹਿਣਾ ਬਣਿਆ, ਬ੍ਰਾਹਮਣ ਪਾਉਂਦਾ, ਖੱਤਰੀ ਪਾਉਂਦਾ, ਸਾਰੇ ਪਾ ਰਹੇ ਨੇ। ਜਦੋਂ ਗਹਿਣਾ ਕੋਲ ਆ ਗਿਆ, ਕਿਸੇ ਨੇ ਨਹੀਂ ਸੋਨੇ ਨੂੰ ਪੁੱਛਿਆ ਵੀ ਤੈਨੂੰ ਕਿਹਦੇ ਕਿਹਦੇ ਹੱਥ ਲੱਗੇ ਨੇ। ਜਿਹਨੇ ਸੋਨੇ ਦਾ ਗਹਿਣਾ ਦਿੱਤਾ ਉਹਨੂੰ ਨਹੀਂ ਪੁੱਛਿਆ ਵੀ ਇਹਨੂੰ ਬਣਾਉਣੇ ਵਾਲਾ ਕੌਣ ਹੈ। ਉਂਝ ਤਾਂ ਇਹ ਬੜੀ ਛੇਤੀ ਕਹਿੰਦੇ ਨੇ ਵੀ ਰੋਟੀ ਕਿਹਨੇ ਬਣਾਈ, ਪ੍ਰਸ਼ਾਦਾ ਕਿਹਨੇ ਤਿਆਰ ਕੀਤਾ, ਅੰਮ੍ਰਿਤ ਛਕਿਆ ਹੈ ਨਾ, ਅੰਮ੍ਰਿਤ ਛਕਿਆ ਵੀ। ਸੋ ਆਹ ਮਤਲਬ ਜਿਹੜੀ ਸਾਡੇ ਮਨਾਂ 'ਚ ਆਹ ਗੱਲਾਂ ਘਰ ਘਰ ਗਈਆਂ ਤਾਂ ਆਹ ਗੁਰਬਾਣੀ ਪੜ੍ਹ ਲਓ, ਗੁਰਬਾਣੀ ਕੀ ਕਹਿੰਦੀ ਹੈ। ਅਤੇ ਅਸੀਂ ਗੁਰਬਾਣੀ ਦੇ ਸਿੱਖ ਹੈ, ਗੁਰੂ ਕੇ ਸਿੱਖ ਹੈ ਭਾਈ। ਸੋ ਜੇ ਗੁਰਬਾਣੀ ਇਹ ਗੱਲਾਂ ਕਹਿ ਰਹੀ ਹੈ, ਤਾਂ ਫਿਰ ਅਸੀਂ ਇਹਨਾਂ ਚੀਜ਼ਾਂ 'ਚ ਕਿਉਂ ਪਏ ਹੋਏ ਹਾਂ। ਅਸੀਂ ਹਾਂ, ਜਿਹੜੀ ਸੁਚਮਤਾਈ ਹੈ ਉਹ ਵੀ ਸੰਜਮ ਦੀ ਹੋਣੀ ਚਾਹੀਦੀ ਹੈ। ਸੁੱਚ, ਸੰਜਮ, ਸੰਜਮ ਤੋਂ ਬਿਨਾਂ ਸੁਚਮਤਾਈ ਕਾਹਦੀ। ਉਹ ਵੀ ਮਤਲਬ ਕੋਈ ਇੰਨਾ ਹੋਣਾ ਚਾਹੀਦਾ। ਫਿਰ ਝੂਠਾ ਹੱਥ ਨਾ ਲੱਗ ਜਾਵੇ, ਬਸ ਇੱਥੇ ਕਿ ਤਿੱਕਰ ਇੱਕ ਦੂਜੇ ਦੀ ਝੂਠ ਖਾਣੀ, ਉਹ ਮਹਾਰਾਜ ਨੇ ਮਾੜਾ ਕਿਹਾ ਹੋਇਆ ਹੈ। ਪਰ ਜਿਹੜਾ ਹੱਦਾਂ ਹੀ ਪਾਰ ਕਰ ਜਾਣੀਆਂ, ਤਾਂ ਪ੍ਰਸ਼ਾਦ ਵੀ ਨਹੀਂ ਲੈਂਦੇ ਜੀ ਤੁਹਾਡੇ ਹੱਥ ਦਾ। ਬਣਾਇਆ ਕਿਨੇ? ਸੰਗਤ 'ਚ ਪ੍ਰਸ਼ਾਦ ਵਰਤਦਾ ਹੁੰਦਾ ਹੈ, ਪ੍ਰਸ਼ਾਦ ਜਦੋਂ ਵਰਤਣਾ ਉੱਠ ਕੇ ਚਲੇ ਜਾਣਾ ਵੀ ਅਸੀਂ ਨਹੀਂ ਲੈਂਦੇ, ਪਤਾ ਨਹੀਂ ਕਿਹਨੇ ਬਣਾਇਆ। ਸੋ ਇਹ ਗੁਰਬਾਣੀ ਨੂੰ ਜਦੋਂ ਪੜ੍ਹੋਗੇ ਸਾਰੀਆਂ ਅੱਖਾਂ ਖੋਲ੍ਹ ਦਿੰਦੀ ਹੈ ਬਾਣੀ। ਮਹਾਰਾਜ ਸੱਚੇ ਪਾਤਸ਼ਾਹ
ਇਹੋ ਹੀ ਬਾਣੀ ਨੂੰ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ। ਗੁਰਬਾਣੀ ਵਿੱਚ ਤਾਂ ਜਿਹਦਾ ਮਰਜ਼ੀ ਸ਼ਬਦ ਭਗਤ ਰਵਿਦਾਸ ਦਾ ਹੋਵੇ ਉਹ ਗੁਰੂ ਹੈ ਸਾਡਾ, ਕਬੀਰ ਦਾ ਗੁਰੂ ਹੈ। ਸੋ ਸ਼ਬਦ ਜਿਹਦਾ ਵੀ ਸ਼ਬਦ ਹੈ ਗੁਰੂ ਹੈ ਸਾਡਾ। ਕਹਿੰਦੇ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸ਼ਰੀਰੀ ਚੜ੍ਹਨਾ। ਕਹਿੰਦੇ ਸਾਰੇ ਗਹਿਣੇ ਪਾਉਂਦੇ ਨੇ, ਕਹਿੰਦੇ ਸਾਰੇ ਕੇਸਰ ਵਰਤਦੇ ਨੇ, ਸਾਰੇ ਫੁੱਲਾਂ ਨੂੰ ਵਰਤਦੇ ਨੇ। ਕਹਿੰਦੇ ਚੰਦਨ ਭਗਤਾ ਜੋਤ ਇਹਨੇਹੀ ਸਰਬੇ ਪਰਮਲ ਕਰਣਾ। ਹੁਣ ਚੰਦਨ ਲੈ ਲਓ, ਜਿਹੜਾ ਚੰਦਨ ਹੈ ਸੋ ਉਹਦੇ ਕੋਲ ਜਿਹੜੀ ਵੀ ਲੱਕੜ ਤੁਸੀਂ ਰੱਖ ਦਿਓ, ਉਹ ਚੰਦਨ ਉਸ ਲੱਕੜ ਦੀ ਜਾਤ ਨਹੀਂ ਪੁੱਛਦਾ ਵੀ ਕਿਹੜਾ ਦਰਖਤ ਹੈ, ਕਿਸ ਦਰਖਤ ਦੀ ਲੱਕੜ ਹੈ, ਉਹਨੂੰ ਖੁਸ਼ਬੂਦਾਰ ਕਰ ਦਿੰਦਾ। ਹੁਣ ਇਹੋ ਹੀ ਚੰਦਨ ਜਦੋਂ ਘਸਾ ਕੇ ਰਗੜ ਕੇ ਕਿਸੇ ਦੇ ਮੱਥੇ 'ਤੇ ਲਾ ਦਿਓ, ਇਹ ਥੋੜ੍ਹੀ ਬਨੇ ਬ੍ਰਹਮਣ ਨੂੰ ਸੁਗੰਧੀ ਦੇਣੀ ਹੈ ਚੰਦਨ ਨੇ। ਉਹ ਕਦੀ ਨਹੀਂ ਚੰਦਨ ਪੁੱਛਦਾ ਵੀ ਇਹ ਸ਼ੂਦਰ ਦਾ ਮੱਥਾ ਹੈ, ਇਹ ਵੈਸ਼ ਦਾ ਮੱਥਾ ਹੈ, ਇਹ ਖੱਤਰੀ ਦਾ ਜਾਂ ਬ੍ਰਾਹਮਣ ਦਾ। ਜਿਹਦੇ ਮੱਥੇ 'ਤੇ ਲਾਤਾ ਅਤੇ ਉਹ ਚੰਦਨ ਨੇ ਸੁਗੰਧੀ ਦੇਣੀ ਹੀ ਦੇਣੀ ਹੈ। ਕਹਿੰਦੇ ਇਸ ਕਰਕੇ ਕਹਿੰਦੇ ਆ ਜਿਹੜਾ ਚੰਦਨ ਹੈ ਅਤੇ ਭਗਤ ਹੈ, ਭਗਤ ਦਾ ਵੀ ਇਹੀ ਹਾਲ ਹੈ। ਜਿੱਦਾਂ ਚੰਦਨ ਵਿੱਚ ਖੁਸ਼ਬੂ ਹੈ, ਸੋ ਚੰਦਨ ਵਿੱਚ ਖੁਸ਼ਬੂ ਆ। ਹੁਣ ਚੰਦਨ ਨੂੰ ਤਾਂ ਸੱਪ ਲਿਪਟੇ ਰਹਿੰਦੇ ਨੇ। ਸੋ ਜਦੋਂ ਉਹਦੀ ਲੱਕੜ ਲੈ ਕੇ ਆਉਂਦੇ ਆ, ਕਿਸੇ ਨੇ ਨਫ਼ਰਤ ਕੀਤੀ ਵੀ ਇਹ ਤਾਂ ਸੱਪਾਂ ਦਾ ਜ਼ਹਿਰ ਚੜ੍ਹਿਆ ਹੋਵੇਗਾ, ਇਹ ਤਾਂ ਜੇ ਕਿਸੇ ਨੀਚ ਜਾਤ ਵਾਲੇ ਦਾ ਹੱਥ ਲੱਗ ਗਿਆ ਉਹ ਸੱਪ ਦੇ ਜ਼ਹਿਰ ਨਾਲ ਥੋੜ੍ਹੀ ਮਾੜਾ ਹੈ, ਸੱਪ ਦੇ ਜ਼ਹਿਰ ਨਾਲ ਨਹੀਂ ਮਾੜਾ। ਸੋ ਜੇ ਭਾਈ ਜਿਹੜਾ ਭਗਤ ਹੈ, ਭਗਤ ਦੇ ਅੰਦਰ ਤਾਂ ਸੋ ਨਿਰਾ ਅੰਮ੍ਰਿਤ ਚੱਲਦਾ ਪਿਆ, ਉਹਦਾ ਗਿਆਨ ਚੱਲਦਾ ਪਿਆ, ਉਹਦੀ ਬਾਣੀ ਚੱਲਦੀ ਪਈ ਹੈ। ਭਗਤ ਅਤੇ ਚੰਦਨ ਬਰਾਬਰ ਨੇ। ਕਹਿੰਦੇ ਸੋ ਭਗਤ ਵਿੱਚ ਜੋਤ ਰੱਬ ਦੀ ਹੈ, ਪਰਮਾਤਮਾ ਪਰਮੇਸ਼ਰ ਨੇ ਆਪਣੀ ਜੋਤ ਨੂੰ ਪਹਿਚਾਣ ਲਿਆ। ਜੋਤ ਤਾਂ ਉਹੀ ਹੈ, ਪਰ ਉਹਦੇ ਵਿੱਚ ਹੁਣ ਖੁਸ਼ਬੂ ਆ ਰਹੀ ਹੈ, ਉਹ ਚੰਦਨ ਬਣ ਗਿਆ, ਉਹਨੇ ਜੋਤ ਨੂੰ ਪਹਿਚਾਣ ਲਿਆ। ਆ ਖੁਸ਼ਬੂ ਹੀ ਹੈ ਸਾਰੀ ਜਿੰਨੀ ਗੁਰਬਾਣੀ ਹੈ, ਇਹ ਭਗਤਾਂ ਦੇ ਅੰਦਰੋਂ ਇਹ ਚੰਦਨ ਦੀ ਖੁਸ਼ਬੂ ਹੈ। ਇਹਦੇ ਵਿੱਚੋਂ ਉਪਦੇਸ਼ ਮਿਲਦਾ, ਸਾਡਾ ਜੀਵਨ ਸੁਧਰਦਾ ਹੈ। ਇਸ ਕਰਕੇ ਭਾਈ ਭਗਤ ਦੀ ਜਾਤ ਨਾ ਪੁੱਛਿਆ ਕਰੋ ਵੀ ਰਵਿਦਾਸ, ਚਮਿਆਰ ਅਤੇ ਕਬੀਰ, ਜਲਾਹ, ਕਹਿੰਦੇ ਇਹਨਾਂ ਦੀ ਕੋਈ ਜਾਤ ਨਹੀਂ ਹੁੰਦੀ। ਇਹਨਾਂ ਨੇ ਆਪਣੀ ਜੋਤ ਨੂੰ ਪਹਿਚਾਣਿਆ। ਜਿਹੜੇ ਜੋਤ ਨੂੰ ਨਹੀਂ ਪਹਿਚਾਣਦੇ ਉਹ ਸਾਰੇ ਹੀ ਚਮਿਆਰ ਨੇ, ਉਹ ਸਰੀਰਾਂ ਨਾਲ ਜੁੜੇ ਹੋਏ ਨੇ। ਜਿਹੜੇ ਕੱਪੜਿਆਂ ਤੱਕ ਹੀ ਸੀਮਤ ਨੇ, ਵਧੀਆ ਵਧੀਆ ਕੱਪੜੇ ਪਾਉਣੇ ਅਤੇ ਸਰੀਰ ਦੇ ਨਾਲ ਜੁੜੇ ਨੇ, ਕੱਪੜਿਆਂ ਦੇ ਨਾਲ ਜੁੜੇ ਹੋਏ ਨੇ, ਅਤੇ ਉਹ ਜਲਾਹੇ ਅਤੇ ਚਮਿਆਰ। ਉਹ ਭਾਈ ਜੋਤ ਦੀ ਪਹਿਚਾਣ ਕਰਨ ਵਾਲਾ ਭਗਤ ਹੈ, ਉਹਦੀ ਕਦੀ ਜਾਤ ਨਹੀਂ ਕਹਿੰਦੇ ਪੁੱਛੀ ਦੀ। ਕਹਿੰਦੇ ਸਰਬੇ ਪਰਮਲ ਕਰਨਾ, ਸਾਰਿਆਂ ਨੂੰ ਸੁਗੰਧੀ ਵੰਡਦੇ ਨੇ ਭਗਤ। ਜਿੱਦਾਂ ਚੰਦਨ ਸਾਰਿਆਂ ਨੂੰ ਖੁਸ਼ਬੂਦਾਰ ਕਰ ਦਿੰਦਾ ਹੈ, ਇਸੇ ਤਰ੍ਹਾਂ ਭਗਤ ਵੀ ਸਾਰਿਆਂ ਵਿੱਚ ਗੁਰਬਾਣੀ ਦੀ, ਰੱਬੀ ਗੁਰਬਾਣੀ ਦੇ ਗੁਣਾਂ ਦੀ, ਰੱਬੀ ਗੁਣਾਂ ਦੀ ਉਹ ਸੁਗੰਧੀ ਵੰਡਦੇ ਨੇ। ਕਿ ਪਟ ਭਾਂਡਾ ਕਹਿ ਨਾ ਕੋਏ। ਹੁਣ ਘਿਓ ਹੈ, ਘਿਓ ਕਿੱਦਾਂ ਬਣਦਾ ਜੀ, ਕੌਣ ਬਣਾਉਂਦਾ ਉਹਨੂੰ? ਪਹਿਲੋਂ ਤਾਂ ਦੂਧ ਤਾਂ ਬਛਰੇ ਥਣੇ ਬਟਾਰਿਓ, ਜਿਹੜਾ ਦੁੱਧ ਆ ਬੱਚੇ ਨੇ ਪਹਿਲੋਂ ਹੀ ਜੂਠਾ ਕੀਤਾ ਹੁੰਦਾ। ਚਲੋ ਦੁੱਧ ਚੋ ਲਿਆ, ਕਿਨੇ ਚੋਇਆ, ਕਿਹੜੀ ਜਾਤੀ ਦਾ ਆ, ਫਿਰ ਕਿਸ ਭਾਂਡੇ ਵਿੱਚ ਦੁੱਧ ਜਮਾਇਆ, ਉਹਨੂੰ ਰਿੜਕਿਆ ਕਿਣਿਆ। ਮੱਖਣ ਵੀ ਤਾਂ ਹੱਥਾਂ ਨਾਲ ਕੱਢਿਆ ਜਾਂਦਾ, ਮੱਖਣ ਕੱਢਿਆ, ਫਿਰ ਉਹਦਾ ਘਿਓ ਬਣਾਇਆ, ਕਿਨੇ ਬਣਾਇਆ, ਵੀ ਕਿਹੜੇ ਭਾਂਡੇ ਵਿੱਚ ਰੱਖਿਆ, ਭਾਂਡਾ ਕਿੱਦਾਂ ਦਾ ਸੀਗਾ। ਘਿਓ ਵੇਖਦੇ ਨੇ ਸਾਰੇ, ਇਹ ਕਿੱਦਾਂ ਬਣ ਕੇ ਆਇਆ, ਕਿਹਦੇ ਹੱਥ ਲੱਗੇ ਨੇ, ਕੋਈ ਨਹੀਂ ਵੇਖਦਾ। ਘਿਓ ਜਿੱਦਾਂ ਘਿਓ ਨੂੰ ਪਵਿੱਤਰ ਮੰਨਿਆ ਜਾਂਦਾ, ਸਾਰੇ ਹੀ ਵਰਤਦੇ ਨੇ। ਕਹਿੰਦੇ ਪੱਟ ਰੇਸ਼ਮ, ਰੇਸ਼ਮ ਦਾ ਕੱਪੜਾ ਜਿਹੜਾ ਆ ਸੋ ਉਹਦੀ ਬੜੀ ਕੀਮਤ ਹੈ। ਅਤੇ ਕਿੱਦਾਂ ਬਣਿਆ, ਕਿੱਦਾਂ ਆਇਆ, ਕਿਨੇ ਨੂੰ ਹੱਥ ਲਾਏ ਨੇ, ਕੋਈ ਪੁੱਛਦਾ ਵੀ ਰੇਸ਼ਮ ਹੈ ਜੀ, ਕਹਿਣਾ ਰੇਸ਼ਮ ਹੈ, ਬਸ ਉਹਦੀ ਕੀਮਤ, ਰੇਸ਼ਮ ਦੀ ਕੀਮਤ ਹੈ। ਸੋ ਇਸੇ ਤਰ੍ਹਾਂ ਜਿੱਦਾਂ ਘਿਓ ਅਤੇ ਪੱਟ ਰੇਸ਼ਮ, ਭਾਂਡਾ ਕਹਿਣਾ ਵੀ ਕਿਵੇਂ ਤਿਆਰ ਕੀਤਾ, ਕਿਹੜੇ ਭਾਂਡੇ ਨੇ ਤਿਆਰ ਕੀਤਾ, ਜਾਂ ਘਿਓ ਦੇ ਭਾਂਡੇ ਦਾ ਕੋਈ ਜ਼ਿਕਰ ਕਰਦਾ? ਘਿਓ ਦੇ ਭਾਂਡੇ ਵੀ ਕਿਹੜੇ ਭਾਂਡੇ ਵਿੱਚ ਪਿਆ ਹੋਇਆ, ਭਾਂਡਾ ਸਰੀਰ ਨੂੰ ਕਿਹਾ ਹੋਇਆ, ਕਿਸ ਭਾਂਡੇ ਨੇ ਬਣਾਇਆ, ਕਿਹੜੇ ਸਰੀਰ ਨੇ ਤਿਆਰ ਕੀਤਾ, ਕੋਈ ਨਹੀਂ ਕਹਿੰਦਾ। ਕਹਿੰਦੇ ਵਰਤਦੇ ਨੇ ਸਾਰੇ ਇਸ ਨੂੰ। ਕਹਿੰਦੇ ਐਸਾ ਭਗਤ ਵਰਨ ਮੈਂ ਹੋਏ। ਭਗਤ ਦਾ ਆਹ ਵਰਨ ਆ। ਕਹਿੰਦੇ ਜਿਹੜਾ ਭਗਤ ਦਾ ਆ, ਜਿੱਦਾਂ ਘਿਓ ਦਾ ਵਰਨ ਹੈ, ਪੱਟ ਰੇਸ਼ਮ ਦਾ ਵਰਨ ਹੈ,
ਸੋ ਇਸੇ ਜਿੱਦਾਂ ਕੇਸਰ, ਕੁਸਮ, ਕਸਤੂਰੀ, ਸੋਨਾ, ਸੋ ਇਹ ਭਗਤਾਂ ਦਾ ਇਹੀਓ ਵਰਣ ਹੁੰਦਾ। ਕਹਿੰਦੇ ਇਹੋ ਹੀ ਜਾਤ ਹੈ ਭਗਤਾਂ ਦੀ। ਭਗਤਾਂ ਨੇ ਆਪਣਾ ਅਸਲ ਵਰਣ ਪਹਿਚਾਣ ਲਿਆ ਨਾ, ਉਹ ਅਸਲ ਜੋ ਜੋਤ ਹੈ ਉਸ ਦੀ ਪਹਿਚਾਣ ਭਗਤਾਂ ਨੇ ਕਰ ਲਿਆ। ਐਸਾ ਭਗਤ ਵਰਣ ਮੈਂ ਹੋਏ। ਸੋ ਐਸਾ ਭਗਤ ਹੁੰਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ 4 ਵਰਣ ਨੇ ਨਾ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਇੱਦਾਂ ਦਾ ਕੋਈ ਭਗਤ ਜਿਹਨੇ ਜੋਤ ਨੂੰ ਪਹਿਚਾਣ ਲਿਆ, ਜਿਹੜੇ ਮਰਜ਼ੀ ਵਰਣ ਵਿੱਚ ਹੋ ਜਾਵੇ। ਉਹਦੇ ਵਿੱਚ ਇਹ ਨਹੀਂ ਵੀ ਬ੍ਰਾਹਮਣਾਂ ਨੂੰ ਨਿੰਦ ਦਿੱਤਾ ਜਾਂ ਸ਼ੂਦਰਾਂ ਨੂੰ ਨਿੰਦ ਦਿੱਤਾ। ਬ੍ਰਾਹਮਣਾਂ ਵਿੱਚੋਂ ਵੀ ਹੋ ਸਕਦਾ ਭਗਤ, ਖੱਤਰੀਆਂ ਵਿੱਚੋਂ ਵੀ ਹੈ, ਸ਼ੂਦਰਾਂ ਵੈਸ਼ਾਂ ਵਿੱਚੋਂ ਵੀ ਹੈ। ਸੋ ਇਸ ਕਰਕੇ ਇੱਦਾਂ ਦਾ ਭਗਤ ਜਿਹੜੇ ਮਰਜ਼ੀ ਵਰਣ ਵਿੱਚ ਹੋ ਜਾਵੇ। ਤੇਰਾ ਨਾਮ ਨਿਵੇ ਰਹੇ ਲਿਵ ਲਾਏ। ਸੋ ਉਹ ਹਰ ਵਕਤ ਤੇਰੇ ਨਾਮ ਦੇ ਅੱਗੇ ਨਿਵਦੇ ਨੇ ਅਤੇ ਨਾਮ ਦੇ ਵਿੱਚ ਉਹਨਾਂ ਦੀ ਸੁਰਤੀ ਜੁੜੀ ਰਹਿੰਦੀ ਆ। ਵਰਣ ਨਹੀਂ ਫਿਰ ਦੇਖਿਆ ਜਾਂਦਾ। ਜਿਹਨੇ ਆਪਣੀ ਜੋਤ ਦੀ ਪਹਿਚਾਣ ਕਰ ਲਈ ਉਹ ਤਾਂ ਕੋਈ ਵਰਣ ਨਹੀਂ ਆਉਂਦਾ। ਉਹ ਹਰ ਵਕਤ ਨਾਮ ਦੇ ਵਿੱਚ ਨੇ ਅਤੇ ਹਰ ਵਕਤ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਨਾਮ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਕਹਿੰਦੇ ਨਾਨਕ ਤਿੰਨ ਦਰ ਭੀਖਿਆ ਪਾਏ। ਇਹ ਸਮਝ ਲਓ ਵੀ ਉਹਨਾਂ ਨੂੰ ਦਰ ਤੋਂ ਭਿੱਖਿਆ ਮਿਲ ਗਈ। ਉਹਨਾਂ ਦਾ ਵਰਣ ਨਾ ਦੇਖੋ ਭਾਈ, ਉਹ ਭਿੱਖਿਆ ਲੈ ਕੇ ਬੈਠੇ ਹੋਏ ਨੇ। ਸੋ ਜਿਹੜੀ ਭਿੱਖਿਆ, ਪਹਿਲੀ ਗੱਲ ਤਾਂ ਕੋਈ ਮੰਗਣੇ ਵਾਲਾ ਹੀ ਨਹੀਂ ਕੋਈ ਦਿਸਦਾ। ਇੱਦਾਂ ਦੀ ਭਿੱਖਿਆ, ਨਾਮ ਦੀ ਭਿੱਖਿਆ ਮੰਗਣੇ ਵਾਲਾ ਕੋਈ ਦਿਖਦਾ ਹੀ ਨਹੀਂ ਹੈ। ਅਤੇ ਜਿਹੜੇ ਮੰਗਣੇ ਵਾਲੇ ਨੇ, ਹੁਣ ਮੰਗਣੇ ਵਾਲੇ ਵੀ ਬਹੁਤ ਨੇ, ਨਾਮ ਬਹੁਤ ਨੇ ਮੰਗਦੇ ਨੇ, ਪਰ ਜਿਨ੍ਹਾਂ ਦੇ ਭਾਂਡੇ ਵਿੱਚ ਇਹ ਭਿਕਸ਼ਾ ਪੈ ਜਾਂਦੀ ਹੈ ਉਹ ਬੜੇ ਘੱਟ ਨੇ। ਅਤੇ ਜਿਨ੍ਹਾਂ ਦੇ ਭਾਂਡੇ ਵਿੱਚ ਨਾਮ ਦੀ ਭਿਕਸ਼ਾ ਪੈ ਗਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕੋਈ ਜਾਤ ਨਹੀਂ। ਸੋ ਉਹਦੇ ਕੋਲੋਂ ਉਪਦੇਸ਼ ਲੈਣਾ, ਉਹਦੇ ਅੱਗੇ ਨਿਵਣਾ। ਮਹਾਰਾਜ ਨੇ ਵੀ ਕਹਿ ਤਾ, ਕਹਿੰਦੇ ਨਾਨਕ ਤਿੰਨ ਦਰ ਭੀਖਿਆ ਪਾਏ। ਉਹ ਉਹਨਾਂ ਦੀ ਦਰ 'ਤੇ ਡਿਊਟੀ ਲੱਗ ਜਾਂਦੀ ਹੈ। ਗੁਰੂ ਇਹੋ ਜਿਹੇ ਭਗਤਾਂ ਦੀ ਡਿਊਟੀ ਆਪਣੇ ਦਰ 'ਤੇ ਲਾ ਦਿੰਦੇ ਨੇ। ਇਹ ਵਰਤਾਵੇ ਜਿਹੜੇ ਆ ਮਾਲਕ ਥੋੜ੍ਹੀ ਵਰਤਾਉਂਦਾ, ਫਿਰ ਉਹਨੇ ਗਾਹਾਂ ਆਪਣਾ ਸਟਾਫ ਰੱਖਿਆ ਹੋਇਆ। ਹੁਣ ਉਹ ਦਰ ਦੇ ਉੱਤੇ ਬੈਠਾ ਭਗਤ, ਕੀ ਲੈ ਕੇ ਬੈਠਾ? ਵੀ ਕਹਿੰਦੇ ਉਹ ਭੀਖ ਲੈ ਕੇ ਬੈਠਾ, ਭਿਕਸ਼ਾ ਲੈ ਕੇ ਬੈਠਾ। ਜੋ ਭਿਕਸ਼ਾ ਦਿੱਤੀ ਕਿਹਨੇ? ਕਹਿੰਦੇ ਰੱਬ ਨੇ ਦਿੱਤੀ ਹੋਈ ਹੈ। ਹੁਣ ਜਿਹੜਾ ਰੱਬ ਦੇ ਦਰ 'ਤੇ ਆਣ ਕੇ ਉਹ ਭੀਖ ਮੰਗਦਾ, ਜਿਹੜਾ ਦਰ 'ਤੇ, ਜਿਸ ਦੀ ਦਰ 'ਤੇ ਡਿਊਟੀ ਲੱਗ ਗਈ ਹੈ ਉਹ ਦੇ ਰਿਹਾ। ਜਿਵੇਂ ਸਾਈਂ ਮੀਆਂ ਮੀਰ ਜੀ ਨੂੰ ਜਦੋਂ ਉਹਨਾਂ ਦੇ ਹੀ ਜਿਹੜੇ ਪੈਰੋਕਾਰ ਸੀ ਉਹਨਾਂ ਨੇ ਪੁੱਛਿਆ ਵੀ ਸਾਈਂ ਜੀ ਅਸੀਂ ਤਾਂ ਤੁਹਾਨੂੰ ਰੱਬ ਮੰਨਦੇ ਹਾਂ, ਅਸੀਂ ਤੁਹਾਨੂੰ ਖੁਦਾ ਮੰਨਦੇ ਹਾਂ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਉਂਦੇ ਨੇ ਤੁਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਹੋ। ਜਦੋਂ ਘੋੜੇ ਤੋਂ ਉਤਰਦੇ, ਪਹਿਲੀ ਗੱਲ ਤਾਂ ਉਹਨਾਂ ਨੂੰ ਘੋੜੇ ਤੋਂ ਉਤਰ ਨਹੀਂ ਦਿੰਦੇ, ਕਹਿੰਦੇ ਚੜ੍ਹੇ ਚੜ੍ਹਾਓ ਆਓ ਜੀ ਤੁਸੀਂ ਮੇਰੇ ਆਸ਼ਰਮ ਦੇ ਵਿੱਚ, ਮੇਰੇ ਡੇਰੇ 'ਚ। ਅਤੇ ਜਦੋਂ ਉਤਰਦੇ ਫਿਰ ਕਹਿੰਦੇ ਮੇਰੇ ਹੱਥ 'ਤੇ ਆਪਣਾ ਪੈਰ ਰੱਖੋ, ਇੰਨਾ ਸਤਿਕਾਰ। ਅਤੇ ਉਸ ਵੇਲੇ ਸਾਈਂ ਜੀ ਨੇ ਕਿਹਾ ਸੀ, ਕਹਿੰਦੇ ਅਸੀਂ ਜਿੰਨੇ ਪੀਰ ਹੈ ਨਾ, ਜਿਨ੍ਹਾਂ ਦੀ ਸੁਰਤ ਜਾਂਦੀ ਹੈ ਦਸਮ ਦੁਆਰ ਤੱਕਰ, ਉਹਦੇ ਦਰ ਤੱਕਰ ਜਿਨ੍ਹਾਂ ਦੀ ਸੁਰਤ ਜਾਂਦੀ ਹੈ, ਜਦੋਂ ਵੀ ਅਸੀਂ ਦਰ 'ਤੇ ਪਹੁੰਚ ਕੇ ਖੁਦਾ ਦੀ ਇਬਾਦਤ ਕਰਦੇ ਹਾਂ, ਭੀਖ ਮੰਗਦੇ ਹਾਂ, ਖੁਦਾ ਨਹੀਂ ਕਿਸੇ ਨੇ ਦੇਖਿਆ। ਗੁਰੂ ਨਾਨਕ ਦੀ ਗੱਦੀ 'ਤੇ ਜਿਹੜਾ ਵੀ ਹੁੰਦਾ ਉਹ ਦਰ 'ਤੇ ਖੜ੍ਹ ਕੇ ਸਾਡੀ ਝੋਲੀਆਂ ਵਿੱਚ ਖੈਰ ਪਾਉਂਦਾ। ਸੋ ਉਹ ਰੱਬ ਡਿਊਟੀ ਲਾ ਦਿੰਦਾ ਫਿਰ ਉਹਨਾਂ ਦੀ। ਸੋ ਮਹਾਰਾਜ ਨੇ ਇਹ ਮਿਹਰ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਾਂ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖਿ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਭਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰ ਧਾਰਿਆ। ਪੰਚ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਨ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੇਰੀ ਆਸ ਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਸੂਤ ਕਨੇਰੇ। ਤੁਮਰਾ ਅੰਤ ਉੱਚਾ ਭਗਵੰਤ, ਤੁਮਰੇ ਸੁਦਰ ਤਾਰੀ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮ ਹੀ ਜਾਣੀ ਨਾਨਕ ਸੋ ਸਦਾ ਕੁਰਬਾਨੀ।
ਚੜ੍ਹਦੀ ਕਲਾ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟੇ ਉਹ ਸ਼ਬਦ ਮੇਲੇ ਆਕੀ ਰਹੇ ਨਾ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੂਤਰੇ ਪਾਰ ਪਾਰ ਉਤਾਰਨ ਹਾਰ ਕਲਗੀ ਸੋ ਹੈ ਸੀਸ ਔਰ ਕਲਗੀ ਤਾਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸੱਚੇ ਪਾਤਸ਼ਾਹ ਸ੍ਰੀ ਵਾਹਿਗੁਰੂ ਜੀਓ। ਦਰਸ਼ਨ ਪਿਆਸੇ ਦਿਨ ਸਰਾਤ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਬਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਗੁਣਤਾਸ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ। ਹਰਿ ਆਪੇ ਹੀ ਮਤ ਦੇਵੈ ਸੁਆਮੀ ਹਰਿ ਆਪੇ ਬੋਲ ਬੁਲਾਵੈ। ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ ਹਰਿ ਆਪੇ ਝਗਰ ਚੁਕਾਵੈ। ਹਰਿ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ ਹਰਿ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ ਪਾਤਸ਼ਾਹ। ਇਹ ਬੰਦ ਕਰ ਦਿਓ, ਸਾਈਡਾਂ ਨਹੀਂ ਸਾਰੀ ਜਾਂ ਮੇਨ ਝੂਮਰ ਰਹਿੰਦੇ, ਝੂਮਰ ਕਰੋ। ਹਾਂ ਇਹਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਹੋਰ ਥਾ जिस पे करो विनती, मेरा दुख सुख, मेरा दुख सुख तुझ ही सुख तुझ ही पा, मेरो मेरे पर्वत स्वामी, तू ना तुम डोलो ना तुम डोलो, ना तुम डोलो ना हम गिरते,
राग पैरो महला पंजवा। उठत सुखिया उठत सुखिया सुखिया उठत सुखिया बैठत सुखिया। बैठत सुखिया उठत सुखिया सुखिया बैठत सुखिया। पौन हिला के जा ऐसे बुझिया। उठत सुखिया उठत सुखिया। उठत सुखिया उठत सुखिया सुखिया सुखिया। उठत सुखिया सुखिया बैठत सुखिया। बैठत सुखिया। पौन हिला के जाए से बुझिया। उठत सुखिया रखा एक हमारा स्वामी। हमारा स्वामी हमारा हमारा स्वामी हमारा स्वामी। एक हमारा स्वामी रखा। एक हमारा स्वामी सगल कटा का अंतर जामे। उठत सुखिया उठत सुखिया उठत सुखिया बैठत सुखिया। बैठत सुखिया। पौन हिला के जा ऐसे बुझिया। उठत सुखिया सो
सुखिया बैठत सुखिया बैठत सुखिया उठत सुखिया उठत सुखिया उठत सुखिया। चरण कमल प्रभ के नित त्यागो चरण कमल प्रभ के नित त्यागो चरण कमल प्रभ के नित त्यागो चरण कमल प्रभ के पवन सुमत जित प्रीतम पावो कवन सुमत जित प्रीतम पावो चरण कमल प्रभ के नित त्यावो चरण कमल प्रभ के नित त्यावो चरण कमल प्रभ के नित त्यावो 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 चरण कमल प्रभु के नित त्यावो चरण कमल प्रभु के नित त्यावो चरण कमल प्रभु के नित त्यावो पवन संजोग मिला प्रभु अपने पवन संजोग मिला प्रभु अपने पवन पवन संजोग पवन संजोग मिला पल पल निमुख सदा हर जपने पल पल निमुख सदा हर जपने चरण कमल प्रभु के नित त्यावो चरण कमल प्रभु के नित त्यावो ऐसी कृपा करो प्रभु मेरे प्रभु मेरे मेरे ऐसी कृपा करो प्रभु मेरे ऐसी कृपा करो प्रभु मेरे हर नाम
प्रभ चरण कमल प्रभ के नित हाँ फिरूं दीवानी आवल भावल हाँ फिरूं दीवानी आवल भावल हाँ फिरूं दीवानी आवल भावल इस कारण हर टोलिए इस कारण हर टोलिए हाँ फिरों दीवानी आवल बावल हाँ फिरों दीवानी आवल बावल इस कारण हर टोलिए कारण हर टोली